चलते चलते ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਅੱਜ ਸਿੰਘੂ ਬਾਰਡਰ ਦੇ। ਕਾਫੀ ਮੀਂਹ ਪੈ ਕੇ ਹਟਿਆ ਥੋੜਾ ਸਮਾਂ ਪਹਿਲਾਂ, ਜਿਹੜੀ ਸੰਘਣੀ ਬਾਰਿਸ਼ ਹੋਈ ਹੈ, ਤੇ ਉਸ ਤੋਂ ਬਾਅਦ ਹੁਣ ਬਾਹਰ ਨੂੰ ਨਿਕਲਣ ਲੱਗੇ ਆ ਸਾਡੇ ਕਿਸਾਨ ਭਰਾ, ਕਿਉਂਕਿ ਆਪੋ ਆਪਣੇ ਤੰਬੂਆਂ ਦੇ ਥੱਲੇ ਟਰਾਲੀਆਂ ਦੇ ਅੰਦਰ ਮੀਂਹ ਦਾ ਸਮਾਂ ਉਹਨਾਂ ਨੇ ਕੱਢਿਆ, ਕਿਉਂਕਿ ਜਿਹੜੀ ਮੁਸੀਬਤ ਇਹਨਾਂ ਨੂੰ ਅੱਗੇ ਦਿਸ ਰਹੀ ਹੈ ਸੈਂਟਰ ਵੱਲੋਂ ਪਾਈ ਹੋਈ, ਉਹਦੇ ਅੱਗੇ ਮੁਸੀਬਤਾਂ ਇਹਨਾਂ ਨੂੰ ਕੁਛ ਲੱਗ ਨਹੀਂ ਰਹੀਆਂ। ਇਹਨਾਂ ਨੂੰ ਲੱਗਦਾ ਕਿ ਇਹ ਛੋਟੀਆਂ ਛੋਟੀਆਂ ਔਕੜਾਂ ਨੇ, ਸਾਡੇ ਸੰਘਰਸ਼ 'ਚ ਰੋੜਾਂ ਨਹੀਂ ਬਣ ਸਕਦੀਆਂ। ਇਹ ਬੜੀ ਦਲੇਰੀ ਨਾਲ ਉਹਦੇ 'ਚੋਂ ਬਾਹਰ ਨਿਕਲਦੇ ਹੋਏ ਅੱਗੇ ਵੱਧ ਰਹੇ ਆ। ਆਓ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਜੋ ਕੁਛ ਇੱਥੇ ਹੋ ਰਿਹਾ, ਜਿਹੜੇ ਸਭ ਦੇ ਵਿੱਚੋਂ ਗੁਜ਼ਰ ਰਿਹਾ ਹੈ ਭਰਾ, ਉਹ ਸਾਰਾ ਕੁਛ ਤੁਹਾਨੂੰ ਦਿਖਾਵਾਂਗੇ ਵੀ। ਮੈਂ ਕਿਹਾ ਜੀ ਜਿਹੜਾ ਮੀਂਹ ਪੈਣ ਡਿਆ ਹੈ ਨਾ, ਇਹ ਰੱਬ ਸਾਡਾ ਸਾਥ ਦੇਣ ਡਿਆ ਹੈ, ਕਿਉਂਕਿ ਹੁਣ ਸਾਡੀਆਂ ਕਣਕਾਂ ਪੰਜਾਬ ਭਰਨ ਵਾਲੀਆਂ ਹੈ, ਸਾਨੂੰ ਜਾਣਾ ਪਊਗਾ। ਹਰ ਇੱਕ ਨੌਜਵਾਨ ਨੂੰ ਭੀੜ ਘਟੂਗੀ, ਇਸ ਕਰਕੇ ਸਮਝੋ ਇਹ ਸਿਗਨਲ ਹੈ ਰੱਬ ਦਾ, ਇੱਕ ਇਸ਼ਾਰਾ ਕੀਤਾ ਹੈ ਕਿ ਡਟੇ ਰਹੋ ਤੁਸੀਂ, ਮੈਂ ਤੁਹਾਡੇ ਨਾਲ ਹਾਂ। ਹੁਣ ਸਾਨੂੰ ਕਣਕਾਂ ਭਰਨ ਦੀ ਲੋੜ ਨਹੀਂ ਗੀ, ਕਿਉਂਕਿ ਰੱਬ ਸਾਥ ਦੇਣ ਡਿਆ, ਮੀਂਹ ਪੈਣ ਡਿਆ ਹੈ, ਸਾਡਾ ਕੰਮ ਰੱਬ ਕਰਨ ਡਿਆ ਹੈ। ਤੇ ਦੱਸੋ ਇਹ ਕਿਵੇਂ ਹਾਰ ਸਕਦਾ ਕਿਸਾਨ, ਜਿਹਦਾ ਇੱਕ ਰੱਬ ਆਪ ਆਣ ਕੇ ਖੁਦ ਕੰਮ ਕਾਰਜ ਸਾਰਨ ਡਿਆ ਹੈ। ਤੇ ਹੁਣ ਰੱਬ ਆ ਪਾਣੀ ਲਾਉਣ ਡਿਆ ਖੇਤਾਂ ਨੂੰ, ਗੁਰੂ ਨਾਨਕ ਬਾਬਾ ਨਾਨਕ ਸਾਡਾ ਜਿਹੜਾ ਮੀਂਹ ਦਾ ਪਾਣੀ ਇੱਕ ਥੱਲੋਂ ਮਹਾਰਾਜ ਤੈਨੂੰ ਆਪੇ ਕਿਆਰੇ ਮੋੜਦਾ ਮਹਾਰਾਜ। ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ। ਸੰਗਤ ਜੀ, ਇਹ ਦ੍ਰਿਸ਼ ਤੁਸੀਂ ਦੇਖ ਸਕਦੇ ਹੋ, ਇਸ ਸਮੇਂ ਘੋੜੇ ਨਜ਼ਰ ਆ ਰਹੇ ਆ ਮੇਰੀ ਪਿਛਲੀ ਸਾਈਡ 'ਤੇ, ਗੁਰੂ ਦੀਆਂ ਫੌਜਾਂ ਨਜ਼ਰ ਆ ਰਹੀਆਂ ਨੇ। ਦਲ ਪੰਥ ਦੇ ਪੜਾਅ 'ਤੇ ਇਸ ਸਮੇਂ ਪਹੁੰਚੇ ਹਾਂ। ਅਸੀਂ ਚਾਹੁੰਦੇ ਸੀ ਕਿ ਇਹ ਜਾਣਕਾਰੀ ਤੁਹਾਡੇ ਅੱਗੇ ਰੱਖੀਏ ਕਿ ਜਿਹੜਾ ਘੋੜਾ ਇੱਕ ਸਰੀਰ ਛੱਡ ਗਿਆ ਸੀ ਪਿਛਲੇ ਦਿਨੀ, ਜਦੋਂ ਪੁਲਿਸ ਦੀ ਕਹਿ ਸਕਦੇ ਹਾਂ ਅਤਿਆਚਾਰ ਸ਼ਬਦ ਹੀ ਵਰਤਾਂਗੇ ਹੋਇਆ ਸੀ, ਅਤੇ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ 'ਤੇ ਵੀ ਉਹਦਾ ਅਸਰ ਪਿਆ। ਅਤੇ ਜਿਹੜੀ ਜ਼ਿਆਦਾ ਜਾਣਕਾਰੀ ਹੈ ਉਹ ਜਥੇਦਾਰ ਸਾਹਿਬ ਉਹਨਾਂ ਤੋਂ ਲਵਾਂਗੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਗਤ ਜੀ, ਜਥੇਦਾਰ ਬਾਪੂ ਗੁਰਨਾਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇਸ ਸਮੇਂ। ਪਹਿਲਾਂ ਜਿਹੜੇ ਸਿੰਘ ਸਾਹਿਬ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ, ਸੰਪਰਦਾ ਬਾਰੇ ਜਿਹੜੀ ਜਾਣਕਾਰੀ ਇਹਨਾਂ ਤੋਂ ਲਵਾਂਗੇ ਜੀ। ਮਿਸਲ ਸ਼ਹੀਦ ਪਿਆਰੇ ਹਿੰਮਤ ਸਿੰਘ ਜੀ ਸੱਚਖੰਡ ਸ੍ਰੀ ਚਮਕੌਰ ਸਾਹਿਬ ਤੋਂ ਜੋ ਸੰਗਤ ਪੁੱਛਦੀ ਆ ਜਾਂ ਬਾਹਰੋਂ ਵੀ ਉਹ ਘੋੜਾ ਕਿੱਦਾਂ ਸ਼ਹੀਦ ਹੋਇਆ, ਜਿਸ ਦਿਨ ਤੋਂ ਇੱਥੋਂ ਅਸੀਂ ਚੱਲੇ ਹਾਂ, ਪਹਿਲੀ ਸਟਾਰਟਿੰਗ ਦੇ ਵਿੱਚ ਇੱਥੋਂ ਜਦੋਂ ਸਵੇਰੇ 10 ਵਜੇ ਚਾਲਾ ਮਾਰਿਆ ਫੌਜਾਂ ਨੇ ਘੋੜਿਆਂ ਦੇ ਨਾਲ, ਤਾਂ ਅੱਗੇ ਗੋਲਾਬਾਰੀ ਸ਼ੁਰੂ ਹੋਈ ਆ। ਉੱਥੇ ਨਾ ਤਕਰੀਬਨ ਕਾਫੀ ਗੈਸ ਘੋੜਿਆਂ ਨੂੰ ਵੀ ਚੜ੍ਹ ਗਈ ਸੀ, ਸਾਡੇ ਆਪਣੇ ਵੀ ਜ਼ਖਮ ਕਾਫੀ ਹੋ ਗਏ ਸੀ। ਅਤੇ ਜਦੋਂ ਇੱਥੋਂ ਗਏ ਅਤੇ ਉਸ ਤੋਂ ਬਾਅਦ ਅਸੀਂ ਰੱਬ ਦੇ ਕੁੱਤੇ ਪਹੁੰਚ ਗਏ। ਉਸ ਤੋਂ ਬਾਅਦ ਜੋ ਰੱਬ ਦਾ ਕੁੱਤਾ ਸੌਣੀ ਸਾਡੀ, ਉਸ ਤੋਂ ਬਾਅਦ ਅਸੀਂ ਫਿਰ ਲਾਲ ਕਿਲ੍ਹੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਸਥਾਨ ਆ ਜਿਹੜਾ ਸੀਸਗੰਜ ਸਾਹਿਬ, ਉੱਥੇ ਪਹੁੰਚੇ। ਉੱਥੇ ਵੀ ਗੋਲਾਬਾਰੀ ਕਾਫੀ ਹੋਈ। ਉਹ ਜਦੋਂ ਅਸੀਂ ਉੱਥੋਂ ਕਿਲ੍ਹੇ ਦੇ ਵਿੱਚੋਂ ਨੌਜਵਾਨ ਮੁੰਡਿਆਂ ਨੂੰ ਉੱਥੋਂ ਛੁਡਾ ਕੇ ਨਿਕਲੇ ਹਾਂ, ਉਸ ਤੋਂ ਬਾਅਦ ਅਸੀਂ ਜਦੋਂ ਰੱਬ ਦੇ ਕੁੱਤੇ ਆ ਕੇ ਪੜਾ ਕੀਤਾ, ਤਾਂ ਉੱਥੇ ਆ ਕੇ ਉਹ ਘੋੜਾ ਆਪਣਾ ਸਰੀਰ ਛੱਡ ਗਿਆ ਸੀ। ਅਤੇ ਫਿਰ ਅਸੀਂ ਇਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ, ਇਹਨਾਂ ਨਾਲ ਜਿਸ ਦਿਨ ਲਾਲ ਕਿਲ੍ਹੇ ਤੋਂ ਘੋੜੇ ਆ ਕੇ ਇੱਥੇ ਅਸੀਂ ਪਹੁੰਚੇ ਹਾਂ ਆਪਣੇ ਬਾਰਡਰ 'ਤੇ, ਮੋਰਚਾਬੰਦੀ ਆ ਕੇ ਸਾਰੀ ਸੰਭਾਲੀ ਆ, ਅਤੇ ਕਹਿਣ ਦਾ ਭਾਵ ਮੂਹਰੇ ਹੁਣ ਕੰਧਾਂ ਵੀ ਕਰਤੀਆਂ ਇਹਨਾਂ ਨੇ, ਤਾਰਾਂ ਵੀ ਲਾਤੀਆਂ। ਅਸੀਂ ਸੰਗਤ ਨੂੰ ਵੀ ਉਦੇਸ਼ ਦੇਣਾ ਚਾਹੁੰਦੇ ਹਾਂ ਵੀ ਜਦੋਂ ਕਿਸੇ ਸੰਘਰਸ਼ ਦੇ ਉੱਤੇ ਉਤਰੀਏ, ਕਿਸਾਨ ਦੀ ਗੱਲ ਚੱਲਦੀ ਆ, ਅੰਨਦਾਤੇ ਦੀ ਗੱਲ ਚੱਲਦੀ ਆ, ਜੋ ਸਾਰੀ ਦੁਨੀਆ ਦਾ ਢਿੱਡ ਭਰਦਾ। ਹੁਣ ਇਸ ਕਰਕੇ ਵੀ ਜਾਨ ਲੁਕਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਆਪਣੇ ਘਰਾਂ 'ਚ ਨਾ ਬੈਠੋ। ਜੋ ਕਿਸਾਨ ਦੀ ਗੱਲ ਹੈ, ਜਿਹਦੇ ਕਰਕੇ ਅਸੀਂ ਇਹ ਸੰਘਰਸ਼ ਦੇ ਵਿੱਚ ਉਤਰੇ ਹਾਂ, ਤਾਂ ਉਹ ਕਿਸਾਨ ਜੋ ਅੰਨ ਦੇਵਤਾ ਹੈ, ਉਹਦਾ ਸਾਡਾ ਪੂਰਾ ਮਨੋ ਜੋ ਸੰਯੋਗ ਬਣਦਾ ਦੇਣਾ। ਅਸੀਂ ਨੌਜਵਾਨਾਂ ਨੂੰ ਵੀ, ਮਾਤਾ ਨੂੰ ਵੀ, ਬਜ਼ੁਰਗਾਂ ਨੂੰ ਵੀ, ਭੈਣਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ, ਬੱਚਿਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਇਹ ਜੋ 26 ਜਨਵਰੀ ਦਾ ਜੋ ਦਿਨ ਸੀ ਉਹ ਤਾਂ ਲੰਘ ਚੁੱਕਿਆ। ਉਹਨੂੰ ਛੱਡ ਕੇ ਕਿਸੇ ਵੀ ਡਰ ਭਾਵ ਤੋਂ ਦੂਰ ਹੋ ਕੇ ਤੁਸੀਂ ਵੱਧ ਤੋਂ ਵੱਧ ਸਿੰਘੂ ਬਾਰਡਰ 'ਤੇ ਉਰੇ ਲਗਾਤਾਰ ਪਹੁੰਚੋ। ਜੋ ਅਸੀਂ ਅੰਨਦਾਤਾ ਜਿਹਨੂੰ ਕਿਸਾਨ ਕਹਿੰਦੇ ਆ ਲੋਕੀ, ਵੀ ਉਹਦੀ ਭਲਾਈ ਦੇ ਲਈ, ਉਹਦੇ ਸੁੱਖ ਦੇ ਲਈ, ਉਹਦੀ ਜੋ ਉਹਨਾਂ 'ਤੇ ਕਾਲੇ ਕਾਨੂੰਨ ਸੈਂਟਰ ਦੀ ਸਰਕਾਰ ਨੇ ਲਾਗੂ ਕਰੇ ਨੇ, ਉਹ ਸੰਘਰਸ਼ ਆ ਜਿਹੜਾ ਅਸੀਂ ਉਹਦੀ ਟੀਕਾ ਜਿਹੜਾ ਉਹ ਅਸੀਂ ਬਿਲਕੁਲ ਬਿੰਨ ਕੇ ਰੱਖਣਾ। ਕਿਉਂ ਜੇ ਅਸੀਂ ਹੁਣ ਇੱਕ ਕਿਸਾਨ ਦਾ ਮਸਲੇ ਦੇ ਵਿੱਚ ਹੱਲ ਨਾ ਕੀਤਾ ਨਾ,
ਤਾਂ ਪਰਮੇਸ਼ਰ ਅਕਾਲ ਪੁਰਖ ਨੇ ਵੀ ਸਾਨੂੰ ਕਿਤੇ ਜਗ੍ਹਾ ਨਹੀਂ ਬਖਸ਼ਣੀ। ਇਸ ਕਰਕੇ ਜੋ ਨੌਜਵਾਨ ਡਰਦੇ ਆ ਜਾਂ ਮਾਤਾ ਬਜ਼ੁਰਗ ਲੋਕ ਟਰਾਲੀਆਂ ਲੈ ਕੇ ਚੱਲ ਗਏ, ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਵੀ ਭਾਈ ਵੱਧ ਤੋਂ ਵੱਧ ਸੰਘੂ ਬਾਰਡਰ ਤੇ ਪਹੁੰਚੋ। ਚੜ੍ਹਦੀ ਕਲਾ ਦੇ ਵਿੱਚ ਪ੍ਰਤੀਤ ਹੈ, ਇੱਥੇ ਕਿਸੇ ਗੱਲ ਦੀ ਕੋਈ ਭੈ ਨਹੀਂ ਹੈਗਾ, ਕੋਈ ਡਰ ਭਾਵ ਨਾ ਕਰੋ। ਜਿੰਨਾ ਚਿਰ ਗੁਰੂ ਸਾਹਿਬ ਦੀ ਫੌਜ ਬੈਠੀ ਆ ਪਰਮੇਸ਼ਰ ਅਕਾਲ ਪੁਰਖ ਦੀ ਟੇਕ ਰੱਖੋ, ਪਰਮੇਸ਼ਰ ਅਕਾਲ ਪੁਰਖ ਦੇ ਇਹ ਜੋ ਕਿਸਾਨ ਦੀ ਜਿੱਤ ਹਮੇਸ਼ਾ ਪਰਮੇਸ਼ਰ ਅਕਾਲ ਪੁਰਖ ਜੀ ਆਪ ਮਹਾਰਾਜ ਸਹਾਈ ਹੋ ਕੇ ਕਰਨਗੇ। ਇਹ ਵੀਰਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਸੰਘੂ ਬਾਰਡਰ ਤੇ ਆਪਣਾ ਪਹੁੰਚੋ। ਵੱਧ ਤੋਂ ਵੱਧ ਜਿੰਨੇ ਆਪਾਂ ਏਕਤਾ ਤੇ ਇਕੱਠ ਕਰਾਂਗੇ, ਇਕੱਠੇ ਹੋਵਾਂਗੇ। ਜੋ ਮੌਕੇ ਦੀਆਂ ਸਰਕਾਰਾਂ ਨੇ, ਇਹ ਸਰਕਾਰਾਂ ਜੋ ਇਹਨਾਂ ਦੀ ਜੜ ਪੱਟੀ ਚੁੱਕੀ ਹੈ, ਇਸ ਕਰਕੇ ਕਿਉਂ ਪੰਥ ਤੇ ਗੋਲੇ ਚਲਾਤੇ, ਇਹ ਚੀਜ਼ਾਂ ਦੇ ਨਾਲ ਨਿਸ਼ਾਨੀ ਹੁੰਦੀ ਆ ਵੀ ਤੁਰਕਾਂ ਦੀ ਇਹ ਤੁਰਕੀ ਨੇ ਸਾਡੇ ਲਈ, ਤਾਂ ਇਹਨਾਂ ਦੀ ਜੜ ਹੁਣ ਜੋ ਪੱਟੀ ਗਈ ਆ ਪੰਥ ਵੱਲੋਂ। ਇਸ ਕਰਕੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦੇ ਆ, ਕਿਸਾਨ ਵੀਰ ਨੂੰ ਵੀ ਵੱਧ ਤੋਂ ਵੱਧ ਡਟ ਕੇ ਹੁਣ ਇਸ ਮੋਰਚੇ ਨੂੰ ਸੰਭਾਲੋ, ਵੀ ਕਿਸੇ ਗੱਲੋਂ ਡਰੋ ਨਾ, ਕਿ ਨਾ ਡਰੋ ਵੀ 84 ਵਾਲਾ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਸੰਗਤ ਇਕੱਠੀ ਹੋਈ ਹੈ। ਜੋ ਸੰਘਰਸ਼ ਆ ਇੱਕ ਅੰਨਦਾਤੇ ਦਾ ਸੰਘਰਸ਼ ਆ, ਇਹ ਸਤਿਗੁਰੂ ਇਹਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣਗੇ। ਭਾਵੇਂ ਮੌਕੇ ਦੀਆਂ ਸਰਕਾਰਾਂ ਜਿੰਨੀਆਂ ਮਰਜ਼ੀ ਚੜ੍ਹ ਕੇ ਆ ਜਾਣ, ਜੋ ਕੁਛ ਮਰਜ਼ੀ ਦੱਸੀ ਜਾਣ, ਇਹ ਜਿੱਤ ਕਿਸਾਨ ਦੀ ਹੋਣੀ ਆ। ਭਾਵੇਂ ਅੱਜ ਹੋ ਜੇ ਭਾਵੇਂ ਕੱਲ੍ਹ ਹੋ ਜੇ, ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਹੀ ਹੋਣੀ ਆ। ਅਸੀਂ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਕੱਲ੍ਹ ਨੂੰ ਲੋਕਾਂ ਨੇ ਵੀ ਕਹਿਣਾ। ਇਸ ਕਰਕੇ ਵੀ ਹੁਣ ਜੋ ਸੰਘਰਸ਼ ਹੈ ਇੱਕ ਕਿਸਾਨ ਦਾ ਹੈ, ਕਿਸੇ ਲੀਡਰ ਦਾ ਨਹੀਂ ਹੈਗਾ ਜਾਂ ਕਿਸੇ ਕਲਾਕਾਰ ਦਾ। ਆ ਕਲਾਕਾਰ ਜੇ ਸਾਰੇ ਉੱਡ ਗਏ, ਹੁਣ ਕੋਈ ਨਹੀਂ ਇੱਥੇ ਰਿਹਾ। ਜਿਸ ਦਿਨ ਦੀ ਸੱਬੀ ਲੰਘੀ ਆ, ਸਿੰਘ ਤਾਂ ਤਿਆਰ ਹੋ ਕੇ ਮੋਰਚਾਬੰਦੀ ਤੇ ਫੇਰ ਬੈਠੇ ਆ। ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਧੌਂਸੇ ਨਗਾਰੇ ਘੋੜਿਆਂ ਦੇ ਨਾਲ ਸਮੇਤ ਬੈਠੇ ਆ। ਪਰ ਅੱਜ ਅਸੀਂ ਸੱਚਾਈ ਇਸ ਸੰਗਤ ਨੂੰ ਤਾਂ ਕਹਿਣਾ ਚਾਹੁੰਦੇ ਵੀ ਭਾਈ ਜੋ ਹੁਣ ਮੂਹਰੇ ਕੋਈ ਵੀ ਸੰਘਰਸ਼ ਆ ਵੀ ਉਹ ਤਿਆਰ ਹੋ ਕੇ ਸਾਨੂੰ ਕਿਸਾਨ ਦੀ ਜਿੱਤ ਦੇ ਲਈ, ਉਹਦੀ ਖੁਸ਼ਹਾਲੀ ਦੇ ਲਈ ਆਪਣਾ ਸਾਰਾ ਕੁਝ ਛੱਡ ਕੇ ਪੰਜਾਬ ਤੋਂ ਅਸੀਂ ਇੱਥੇ ਜੋ ਸੰਘੂ ਬਾਰਡਰ ਆ ਇੱਥੇ ਪਹੁੰਚੀਏ। ਵੱਧ ਤੋਂ ਵੱਧ ਜੋ ਸਰਕਾਰਾਂ ਨੇ ਮੌਕੇ ਦੀਆਂ ਇਹਨਾਂ ਨੂੰ ਨੱਥ ਪਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਂਹ ਆਵੇ, ਹਨੇਰੀ ਆਵੇ, ਅਸੀਂ ਚੜ੍ਹਦੀ ਕਲਾ ਵਿੱਚ ਆ। ਅਸੀਂ ਕਿਸੇ ਤੋਂ ਨਹੀਂ ਡਰਦੇ, ਭਾਵੇਂ ਮੋਦੀ ਆਏ, ਮੋਦੀ ਦਾ ਪਿਓ ਕਿਉਂ ਨਾ ਹੋਵੇ। ਅੱਜ ਮੁਰਦਾਬਾਦ, ਜਿੰਦਾਬਾਦ, ਮੁਰਦਾਬਾਦ। ਕਿਹੜੇ ਮੀਂਹ ਹੁਣ ਫਿਰ ਸ਼ੁਰੂ ਹੋ ਗਿਆ ਸੰਗਤ ਜੀ, ਕਣੀਆਂ ਨੇ ਜਿਹੜੀਆਂ ਉਹ ਸਟਾਰਟ ਹੋ ਗਈਆਂ ਨੇ। ਤੇ ਮੈਂ ਚਾਹਾਂਗਾ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ, ਪਰ ਫਿਰ ਵੀ ਜਿਹੜੇ ਪਰਿਵਾਰਾਂ ਦੇ ਮੂੰਹ ਇਹੀ ਗੱਲ ਸੁਣਨ ਨੂੰ ਮਿਲ ਰਹੀ ਕਿ ਅਸੀਂ ਚੜ੍ਹਦੀ ਕਲਾ ਵਿੱਚ ਹਾਂ, ਅਸੀਂ ਕਿਸੇ ਮੁਸ਼ਕਲ ਦੇ ਵਿੱਚ ਨਹੀਂ। ਚਾਹੇ ਹੋਰ ਕਿੰਨੀਆਂ ਵੀ ਮੁਸ਼ਕਲਾਂ ਹੋਣ, ਅਸੀਂ ਡਟੇ ਹੋਏ ਹਾਂ। ਸਾਡੇ ਬਜ਼ੁਰਗ ਇੱਥੇ ਡਟੇ ਹੋਏ ਨੇ। ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਦਮ ਹਲਕੇ ਮੱਧਮ ਕਦਮ ਪੁੱਟ ਰਹੇ ਆ ਸਾਡੇ ਬਜ਼ੁਰਗ। ਪਰ ਬਾਬਾ ਜੀ ਬਾਰਿਸ਼ ਦੇ ਵਿੱਚ ਕਿਵੇਂ ਸਮਾਂ ਲੰਘ ਰਿਹਾ? ਮੁਸ਼ਕਲ ਮਾੜੀ ਮੋਟੀ, ਕੋਈ ਗੱਲ ਨਹੀਂ ਹੈਗੀ, ਚੱਲ ਰਿਹਾ ਕੰਮ। ਕਿਹੜੇ ਜ਼ਿਲ੍ਹੇ ਤੋਂ ਪਹੁੰਚੇ ਹੋ ਤੁਸੀਂ? ਅੰਮ੍ਰਿਤਸਰ ਸਾਹਿਬ ਤੇ ਕਦੋਂ ਤੋਂ ਇੱਥੇ ਮੌਜੂਦ ਹੋ? ਅਸੀਂ ਆਏ ਹਾਂ ਪਹਿਲੀ ਤਰੀਕ ਤੇ। ਰਾਜਨੀਤੀ ਬੰਜਰ ਹੈ। ਸਿੰਘੂ ਬਾਰਡਰ ਤੇ ਜੋ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ, ਜੋ ਕਿ ਇਲਾਕਾ ਬਾਜਪੁਰ ਤੋਂ ਸਰਦਾਰ ਰਣਵੀਰ ਸਿੰਘ ਜੋ 26 ਤਰੀਕ ਨੂੰ 26 ਜਨਵਰੀ ਵਾਲੇ ਦਿਨ ਸ਼ਹੀਦ ਹੋਏ ਸੀ, ਉਹਨਾਂ ਦੀ ਸ਼ਹਾਦਤ ਦਾ ਸਮਾਗਮ ਸਿੰਘੂ ਬਾਰਡਰ ਤੇ ਕਿਸਾਨ ਮੋਰਚਾ ਅੰਦੋਲਨ ਵਿੱਚ ਜੋ ਰੱਖਿਆ ਗਿਆ ਪ੍ਰੋਗਰਾਮ, ਇਲਾਹੀ ਕੀਰਤਨ ਦੇ ਪ੍ਰਵਾਹ ਹੁਣੇ ਹੀ ਸ਼ੁਰੂ ਹੋਏ ਨੇ। ਨਾਲ ਹੀ ਨਾਲ ਅਰਦਾਸ ਕੀਤੀ ਜਾਏਗੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਰਦਾਰ ਨਵਰੀਤ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵ ਨਿਵਾਸ ਬਖਸ਼ਿਸ਼ ਕਰਨ, ਅਤੇ ਨਾਲ ਹੀ ਜਿਹੜੇ ਸੰਘਰਸ਼ ਮੋਰਚੇ 'ਚ ਜੋ ਵੀਰ ਜੁੜੇ ਹੋਏ ਨੇ ਉਹਨਾਂ ਨੂੰ ਬਲ ਉਤਸ਼ਾਹ ਬਖਸ਼ਿਸ਼ ਕਰਨ, ਤੇ ਨਾਲ ਹੀ ਸਰਕਾਰ ਨੂੰ ਕੋਈ ਮੱਤ ਦਿਓ ਤਾਂ ਕਿ ਉਹ ਆਪਣਾ ਜਿਹੜੇ ਏਜੰਡਾ ਚਲਾ ਰਹੀ ਹੈ ਉਹਨੂੰ ਖਤਮ ਕਰਕੇ ਤੇ ਕ੍ਰਿਸ਼ੀ ਬਿੱਲ ਜਿਹੜੇ ਰੱਦ ਕਰਕੇ ਸੰਗਤ ਨੂੰ ਵੀ ਇੱਕ ਸਕੂਨ ਪ੍ਰਾਪਤ ਹੋ ਸਕੇ, ਕਿਸਾਨਾਂ ਨੂੰ ਸਕੂਨ ਪ੍ਰਾਪਤ ਹੋ ਸਕੇ। ਅਸੀਂ ਚਾਹਾਂਗੇ ਵੀਰ ਜੀ ਥੋੜਾ ਖੁਲਾਸਾ ਕਰ ਦਿਓ, ਵੀਰ ਕਿੱਦਾਂ ਸ਼ਹੀਦ ਹੋਏ ਸੀ, ਕੀ ਘਟਨਾ ਵਾਪਰੀ ਉਹਨਾਂ ਨਾਲ? ਜਿਸ ਜੋ ਪੁਲਿਸ ਕਹਿੰਦੀ ਹੈ ਕਿ ਉਹਨਾਂ ਦਾ ਟਰੈਕਟਰ ਵੀ ਬੈਰੀਕੇਡਿੰਗ ਨਾਲ ਟਕਰਾਇਆ ਆ, ਉਹ ਟਕਰਾਇਆ ਨਹੀਂ ਆ। ਉਹਨਾਂ ਦੇ ਇੱਥੇ ਗੋਲੀ ਮਾਰੀ ਗਈ ਆ। ਜਦੋਂ ਅਚਾਨਕ ਗੋਲੀ ਲੱਗਦੀ ਹੈ ਤਾਂ ਫਿਰ ਟਰੈਕਟਰ ਦਾ ਬੈਲੈਂਸ ਵਿਗੜਿਆ, ਜਿਸ ਕਰਕੇ ਉਹ ਟਰੈਕਟਰ ਪਲਟਿਆ ਔਰ ਸ਼ਹਾਦਤ ਹੋਈ। ਹੁਣ ਉਹ ਕਹਿੰਦੇ ਨੇ ਮੈਡੀਕਲ ਵਿੱਚ ਜੋ ਡਾਕਟਰ ਨੇ ਵੀ ਉਹ ਵੀ ਸਰਕਾਰ ਦੇ ਡਾਕਟਰ ਆ, ਉਹ ਸਰਕਾਰ ਦੇ ਡਾਕਟਰ ਹੈ। ਉਹਨਾਂ ਨੇ ਜਿਹੜੇ ਰਿਪੋਰਟ ਦੇਣੀ ਆ ਉਹਨਾਂ ਦੇ ਸਰਕਾਰ ਦੇ ਮੁਤਾਬਕ ਹੀ ਰਿਪੋਰਟ ਦੇਣੀ ਆ, ਪਰ ਇਹ ਗਲਤ ਹੋ ਰਿਹਾ ਆ। ਕਿਉਂਕਿ ਇਸ ਸਮੇਂ ਇਹ ਵਕਤ ਇਹੋ ਜਿਹਾ ਬੀਤ ਰਿਹਾ ਹੈ ਕਿ ਸ਼ਰਮ ਧਰਮ ਦੋਏ ਸ਼ਬਦ ਖਲੋਏ, ਕੂੜ ਫੇਰੇ ਪ੍ਰਧਾਨ ਵੀ ਲਾ ਲਓ। ਇਹ ਕੂੜ ਸਰਕਾਰ, ਇਹ ਝੂਠੀ ਸਰਕਾਰ ਧਮਕਾਰੀ ਤੇ ਆ ਗਈ ਆ। ਹੁਣ ਦੇਖ ਸਕਦੇ ਹੋ ਜਿਸ ਤਰ੍ਹਾਂ ਇੱਥੇ ਬੈਰੀਕੇਡਿੰਗ ਕੀਤੇ ਗਏ ਆ, ਜਿਤਨੇ ਇਹਨਾਂ ਨੇ ਰਸਤੇ ਨੂੰ
ਦੇ ਅੰਦਰ ਸੀਮੈਂਟਡ ਜਿਹੜੇ ਕਿੱਲਾਂ ਠੋਕ ਦਿੱਤੀਆਂ ਗਈਆਂ ਤਾਂ ਕਿ ਇਹਨਾਂ ਦੇ ਟਰੈਕਟਰ ਦੇ ਪੈਂਚਰ ਹੋ ਜਾਣ ਤੇ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਵੇ। ਪਰ ਅਕਾਲ ਪੁਰਖ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਇਸ ਮੋਰਚੇ ਨੂੰ ਅਸੀਂ ਸਫਲ ਬਣਾਉਣਾ ਆਇਆ। ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਦਾਸ ਵਾਹਿਗੁਰੂ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਉਦੋਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਤਾਂ 6ਵੇਂ ਪਾਤਸ਼ਾਹ ਨੇ ਆਪ ਜੀ ਨੂੰ ਕਿਹਾ ਸੀ ਕਿ ਹੁਣ ਜੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਭਾਈ, ਹੁਣ ਆਟਾ ਦਾਲਾਂ ਤੇ ਜਿਹੜੀਆਂ ਉਹ ਨਹੀਂ ਚਾਹੀਦੀਆਂ, ਹੁਣ ਸ਼ਾਸਤਰ ਚਾਹੀਦੇ, ਘੋੜੇ ਚਾਹੀਦੇ, ਤੇ ਜਿਹਦੇ 4 ਪੁੱਤ ਆ 2 ਘਰੇ ਰੱਖ ਲਓ, 2 ਸਾਨੂੰ ਦਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਅਸੀਂ ਕਹਿੰਦੇ ਮਹਾਰਾਜ ਹਰੇਕ ਕਲਾ ਵਰਤਾ ਰਿਹਾ, ਨਾ ਆਪ ਲੜੂ ਨਾ ਫੌਜ ਲੜਾਊ, ਭੱਟ ਵੀਰਨ ਸੇਤੀ ਬੰਦ। ਉਹ ਗੁਪਤ ਰੂਹਾਂ, ਉਹ ਵੀਰ, ਉਹ ਸ਼ਹੀਦ, ਉਹ ਆਪੇ ਹੀ ਮਹਾਰਾਜ ਕਾਰਜ ਕਰੀ ਜਾਂਦੇ ਆ। ਜਿਸ ਮਾਲਕ ਦਾ ਕਾਰਜ ਹੋਵੇ ਉਹਨੂੰ ਮਾਲਕ ਨੂੰ ਫਿਕਰ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦਾ ਇਹ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਦਲ ਪੰਥ ਨੇ, ਨਿਹੰਗ ਫੌਜਾਂ ਨੇ, ਸਾਰੀ ਕਾਇਨਾਤ ਅਕਾਲ ਪੁਰਖ ਦੀ ਹੈ, ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਸਾਹਿਬ ਨੂੰ ਆਪ ਫਿਕਰ ਆ। ਸੋ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਨਾ, ਸਤਿਗੁਰੂ ਨੂੰ। ਔਰ ਮੈਂ ਇਹੀ ਬੇਨਤੀ ਅਪੀਲ ਕਰਦਾ ਕਿ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ, ਕਹਿਣਾ ਕਿਸੇ ਨੂੰ ਕੁਛ ਨਹੀਂ। ਤੁਸੀਂ ਆਪਣੇ ਵਿਊ ਦੇਣੇ ਚੰਗੇ ਮਾੜੇ, ਜੋ ਤੁਸੀਂ ਕਹਿਣਾ ਆਪਣੀ ਬੁੱਧੀ ਨਾਲ ਕਹਿ ਦਿਓ, ਪਰ ਕਿਸੇ ਨੂੰ ਮਾੜਾ ਨਾ ਕਹੋ। ਜਿਹੜਾ ਇਸ ਸੰਘਰਸ਼ 'ਚ ਚੱਲ ਕੇ ਆਇਆ ਉਹਨੂੰ ਗਰਦਾਰ ਨਾ ਕਹੋ। ਹਾਂ ਵਾਹਿਗੁਰੂ ਧੰਨ। ਠੀਕ ਆ, ਉਹ ਬਾਅਦ 'ਚ ਦੇਖਾਂਗੇ ਕੌਣ ਗਰਦਾਰ ਆ ਤੇ ਕੌਣ ਅਸਲੀ ਆ। ਹੁਣ ਸਾਡਾ ਕਾਰਜ ਇੱਕੋ ਹੀ ਆ, ਅਮਨ ਸ਼ਾਂਤੀ ਬਣਾਈ ਰੱਖੋ। ਇੱਕ ਗੁਰੂ ਸਾਹਿਬ ਨੂੰ ਮੋਹਰੇ ਦੇਖੋ, ਗੁਰੂ ਸਾਹਿਬ ਆਪ ਮੋਹਰੇ ਨੇ, ਦਲ ਪੰਥ ਮੋਹਰੇ ਨੇ। ਸੋ ਗੁਰੂ ਦੀ ਸ਼ਰਨ 'ਚ ਆ ਕੇ ਆਪਾਂ ਇਹ ਮੋਰਚਾ ਜਿਹੜਾ ਜਿੱਤਣਾ ਵਾ। 3-4 ਮਹੀਨੇ ਆਪਾਂ ਨੂੰ ਹੋ ਗਏ, ਉੱਥੋਂ ਪੰਜਾਬ ਤੋਂ 2 ਮਹੀਨੇ ਤੇ ਹੋ ਗਏ। ਹੁਣ ਇੱਕੋ ਹੀ ਅਪੀਲ ਆ, ਹੁਣ ਕੱਲੀ ਬਿੱਲਾਂ ਦੀ ਨਹੀਂ ਗੱਲ ਰਹਿ ਗਈ, ਹੋਰ ਵੀ ਬੜੀਆਂ ਗੱਲਾਂ ਵਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਭਾਈ, ਵੱਧ ਤੋਂ ਵੱਧ ਸਾਬਤ ਸੂਰਤ ਹੋ ਕੇ ਗੁਰੂ ਦੀ ਦਾਤ ਲਓ ਔਰ ਸ਼ਾਸਤਰਧਾਰੀ ਹੋਵੋ। ਕਿਸੇ ਲਈ ਨਹੀਂ, ਆਪਣੇ ਆਪ ਲਈ। ਜੇ ਸੰਘਰਸ਼ ਤੇ ਆਇਆ, ਆਪਣੀ ਜਿਹੜੀ ਸੈਲਫ ਡਿਫੈਂਸ ਲਈ ਆਪਣਾ ਤੁਹਾਡੇ ਕੋਲ ਕੋਈ ਨਾ ਕੁਝ ਹੋਣਾ ਚਾਹੀਦਾ। ਖਾਲਸਾ ਤਿਆਰ ਬਰ ਤਿਆਰ ਹੋਵੋ। ਆ ਸਾਡੇ ਕੋਲ ਢਾਲਾਂ ਪਾਈਆਂ ਵਾ, ਜਦੋਂ ਦਿਲ ਕੀਤਾ ਲਾ ਕੇ, ਜੇ ਸਾਡੀ ਕੋਈ ਹੋਈ ਤਾਂ ਮੋਰਚਾ ਲੜਨ ਲਈ ਯੁੱਧ ਤਿਆਰ ਆ। ਔਰ ਮੈਂ ਸਾਰੇ ਜ਼ਿਮੀਂਦਾਰਾਂ ਨੂੰ ਇੱਕ ਮੈਂ ਇਹ ਦੱਸਣਾ ਚਾਹੁੰਦਾ, ਸੋ ਅੱਗੇ ਤਖਤ ਪੱਟ ਕੇ ਖਾਲਸਾ ਲੈ ਗਿਆ ਵਾ, ਉਹ ਖਾਲਸੇ ਦਾ ਮੁਗਲਾਂ ਤੋਂ ਤੁਹਾਨੂੰ ਅਸੀਂ ਯਾਦ ਕਰਾਇਆ ਮੇਰੇ ਗੁਰੂ ਨੇ। ਸੋ ਗੁਰੂ ਤੇਗ ਬਹਾਦਰ ਜੀ ਨੇ ਬਲੀਦਾਨ ਦਿੱਤਾ, ਸੀਸ ਦਿੱਤਾ, ਤੇ ਗੁਰੂ ਦਾ ਹੀ ਰਾਜ ਹੋਣਾ ਚਾਹੀਦਾ। ਆਪਾਂ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਆ ਕੇ ਗੁਰੂ ਨੂੰ ਮੋਹਰੇ ਕਰਕੇ ਤੇ ਆਪਾਂ ਇਹ ਮੋਰਚਾ ਫਤਿਹ ਕਰਨਾ। ਸੋ ਮੇਰੀ ਅਪੀਲ ਹੈ ਭਾਈ, ਇੱਕ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹਾਲ ਹੋ ਜਾਵੇ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ। ਗੱਜ ਜਾਵੇ, ਨਿਹਾਲ ਹੋ ਜਾਵੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਿੰਘੂ ਬਾਰਡਰ ਤੋਂ ਬਾਅਦ ਹੁਣ ਅਸੀਂ ਗਾਜ਼ੀਪੁਰ ਬਾਰਡਰ ਪਹੁੰਚੇ ਹਾਂ। ਇੱਕ ਵਾਰ ਫਿਰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਭ ਜਾਣਦੇ ਹਾਂ ਕਿ ਇੱਕ ਆਮ ਇਨਸਾਨ ਦੇ ਨਾਲ ਨਾਲ ਹਰ ਇੱਕ ਧਰਮ ਦਾ ਆਗੂ, ਹਰ ਇੱਕ ਕਹਿ ਸਕਦੇ ਹਾਂ ਫੀਲਡ ਦਾ ਆਗੂ ਇਸ ਮੋਰਚੇ ਦੇ ਨਾਲ ਜੁੜਿਆ ਹੈ। ਸੋ ਜੇ ਆਪਾਂ ਗੱਲ ਕਰੀਏ ਹਿੰਦੂ, ਮੁਸਲਿਮ, ਸਿੱਖ, ਈਸਾਈ, ਉਹਨਾਂ ਦੇ ਨਾਲ ਨਾਲ ਜਿਹੜੇ ਬੌਧਿਕ ਨੇ, ਬੋਧੀ ਧਰਮ ਦੇ ਜਿਹੜੇ ਮਹਾਂਪੁਰਖ ਆਪਾਂ ਲਫ਼ਜ਼ ਵਰਤ ਸਕਦੇ ਹਾਂ, ਉਹਨਾਂ ਦੀ ਕੈਟਾਗਰੀ ਦੇ ਵਿੱਚ ਉਹ ਜੁੜੇ ਆ। ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਧਾਰਮਿਕ ਆਗੂਆਂ ਦੇ ਜਿਹੜੇ ਵਿਚਾਰ ਨੇ ਉਹ ਜਾਣਨੇ ਬਹੁਤ ਜ਼ਰੂਰੀ ਨੇ। ਇਹੀ ਵਿਚਾਰ ਸਾਨੂੰ ਸੇਧ ਦੇਣਗੇ, ਇਸ ਮੋਰਚੇ ਨੂੰ ਸੇਧ ਦੇਣਗੇ, ਇਸ ਮੋਰਚੇ ਦੀ ਦਿਸ਼ਾ ਨੂੰ ਬਦਲ ਸਕਦੇ ਆ। ਇਹਨਾਂ 'ਚ ਇੰਨੀ ਕੁ ਜ਼ਿਆਦਾ ਤਾਕਤ ਹੈ। ਆਓ ਅੰਦਰ ਆਪਾਂ ਉਹਨਾਂ ਨੂੰ ਮਿਲਦੇ ਹਾਂ, ਇਸ ਟੈਂਟ ਦੇ ਵਿੱਚ ਰੁਕੇ ਹੋਏ ਆ, ਤੇ ਉਹਨਾਂ ਨਾਲ ਗੱਲਬਾत करते हैं। अच्छा, हाँ, मेरा ये कहना है कि जैसे कि 28 तारीख के बाद, ठीक है, ऐसा हुआ है कि ये आंदोलन है एक तरह से पॉलिटिकली मोटिवेटेड सा हो गया है। बहुत सारी पॉलिटिकल पार्टी इंटरफेयर करने की कोशिश कर रही हैं, तो इसको आप किस तरह से देख रहे हैं? देखिए, जो राजनीतिक पार्टियां हैं वो भी कहीं ना कहीं किसान हैं। अन्नदाता और अन्न खाता दोनों लोगों का आंदोलन है ये। अब जो अनाज नहीं खाते हैं वो गोबर खाते होंगे, जो यहाँ आ नहीं रहे हैं, किसानों का समर्थन नहीं कर रहे हैं, गाय की पेशाब से काम चला लेते होंगे। तो जो अन्नदाता हैं और अन्न खाता हैं वो सारे लोग, चाहे वो राजनीतिक हों, चाहे वो सामाजिक हों, धार्मिक हों, सभी किसानों के साथ खड़े हैं। और मैं तो अपील करता हूँ, ये पार्टियाँ आती हैं, ट्विटर पर समर्थन करती हैं और बोल बचन करती हैं, फ़ोटो खिंचाने आती हैं। हम तो कह रहे हैं राजनीतिक पार्टियाँ ये लंगर लगा लें,
एक आपका लंगर लग जाए, एक कांग्रेस का लंगर लग जाए, भाजपा का लग जाए, हम क्या मना कर देंगे उनका खाना खाने से? लेकिन इनमें जिगरा नहीं है। ये पैसा बचा के रखे चुनाव के लिए, चुनाव में ये शराब बांटेंगे, मुर्गा लोगों को खिलाएंगे, अभी खर्च नहीं कर रहे हैं ये, तो उनकी भी कहीं ना कहीं मंशा अच्छी नहीं है। इसलिए मैं चाह रहा हूँ पार्टी वार्टी बाद में है, पहले वो किसान हैं, मजदूर हैं, देश के लोग हैं, वो आए समर्थन करें। लास्ट क्वेश्चन मेरा ये है मंत्री जी, जैसे कि यहाँ पर पब्लिक, किसानों के साथ बहुत पब्लिक, लाखों की पब्लिक है, 3 जगह आंदोलन चला, अब तो ऑल ओवर इंडिया में आंदोलन हो गया है। आपको नहीं लगता है कि जैसे कि जो किसान है उनको अपने खुद के प्रतिनिधि चुन के, MP MLA चुन के भेजने चाहिए, जिससे कि सरकार कभी आपके खिलाफ गलत बिल बनाए भी आप फाड़ के फेंक दो, चाहे पार्लियामेंट है चाहे असेंबली में? तो देखिए, आम जनमानस के द्वारा चुन कर के वो लोग जाएं जो भारत की अस्मिता, भारत की संस्कृति, सभ्यता से वाकई में प्यार करते हों, और जो सही मायने में गरीब, असहाय, कमज़ोरों के नुमाइंदे हों। वो कभी भी संविधान की खिलाफत नहीं करेंगे और वो कभी भी ऐसे बिल नहीं बनाएंगे जिससे तकलीफ हो। ये लोग तो भले ही संविधान के जरिए गए हैं, लेकिन अपने आप को संविधान से चुना हुआ कहाँ मानते हैं ये लोग। इनकी तो मनसा बड़ी खराब है। पुराना इतिहास उठा के देख लिए तो जासूसी किया करते थे। ये जो RSS है, रॉयल सीक्रेट सर्विस है, ये इसका स्वराष्ट्रीय स्वयंसेवक संघ नाम नहीं है, रॉयल सीक्रेट सर्विसेज का नाम है। ये अंग्रेजों के जासूस हुआ करते थे और आज उन्होंने बोल वचन दे करके लोगों को झूठ बोल करके, यहाँ के चूँकि भारत के लोग सीधे साधे हैं, भोले भाले लोग हैं, उनको फंसा लिया है। अब चूँकि फंसा लिया तो उनका नुकसान कर रहे हैं। हवाई अड्डे इन्होंने बेचे, ट्रेनें इन्होंने बेची, है ना, बड़ी महारतन कंपनियां इन्होंने बेची, LIC बेचने ये जा रहे हैं, पूरा देश बेच देंगे, ये इस पर तुले हुए हैं। लेकिन धन्यवाद दूंगा मैं किसानों को जिन्होंने आवाज़ उठाई। अब लगता है मुझे कि देश बिकने से बच जाएगा। सरकार तो बहुत पहले से चाह रही है कि किसान आंदोलित हो जाए और किसान हिंसा पर उतारू हो जाए, जिससे कि इनका दमन करके, चूँकि हम लोग सरकार से नहीं लड़ सकते हैं, क्योंकि हमने ही उन्हें पावर दिया है, उनके पास ज़्यादा साधन संसाधन होते हैं और हमें लड़ना भी उनसे नहीं है। लोकतंत्र में विरोध करना, असहमति जताना कोई अपराध नहीं है। अगर तुम्हारे द्वारा बनाए गए कानून अगर लोगों को पसंद नहीं तो पुनर्विचार किया जाए उन पर। अगर जिन्हें खेती करनी है, किसानी करनी, वही जब आपसे असंतुष्ट नहीं तो वापस कर देना चाहिए। इसमें प्रेस्टेज इशू बनाना क्या है? अगर ये लोग प्रेस्टेज इशू बना रहे हैं, इससे साफ जाहिर होता है कि जिनके लिए इन्होंने कानून बनाया उनसे मोटा पैसा लिया है। अरबों खरबों हजार करोड़ों रुपया इनसे लिया है इन्होंने, तब जाकर के इन्होंने कानून बनाए हैं। पहले इन्होंने देश बेचा, अब ये खेती बेचने पर उतरे हुए। एक्चुअली इस समय भाजपा RSS सरकार में कोई अंतर नहीं है। ये लोग तो बिना परीक्षा के IAS भी बना दे रहे हैं, तो हो सकता है कि बिना परीक्षा के सिपाही भी बना दिए उन्होंने, कोई पता नहीं है। तो ये एक्चुअली जो भी किसानों पर होगा, अगर किसानों के यहाँ अगर एक चींटी भी मरती है तो पूरी जिम्मेदारी सरकार की है। इस आंदोलन को पूरी दुनिया देख रही है। वो चाहते ही नहीं कि आप पढ़े लिखें, वो तो चाहते ही नहीं कि आप अच्छा खाना खाएं। इसीलिए कहते हैं कि किसान नहीं है और कोई लोग बैठे इतना अच्छा खा कैसे रहे। इन गधों को ये पता नहीं है कि हम पूरे दुनिया को खिलाते हैं तो हम अच्छा क्यों नहीं खाएंगे। तो ये उनका षड्यंत्र है और उनका जमीर मर गया है। वो किसी भी हद तक चले जाएंगे, लेकिन अब इस समय संघर्ष के अलावा कोई मार्ग बचता नहीं है। तो हम आह्वान करते हैं आपके माध्यम से कि जितने भी जिंदा लोग हैं भारत में, जिन्हें शर्म आ रही, जिनकी आंखों में शर्म का पानी है, वो किसानों का साथ दें और इस आंदोलन को गांव-गांव, घर-घर ले जाएं। ऐसा कोई शहर, मोहल्ला, गांव न बचे जहां किसानों की लोग स्थिति को न जाने। ਗਾਜ਼ੀਪੁਰ ਬਾਰਡਰ ਦੇ ਸਟੇਜ ਵੱਲ ਨੂੰ ਵਧ ਰਹੇ ਹਾਂ ਸੰਗਤ ਜੀ। ਇਸ ਸਮੇਂ ਆਪਾਂ ਤੇ ਅਲੱਗ-ਅਲੱਗ ਸੰਗੀਤ, ਅਲੱਗ-ਅਲੱਗ ਨਾਅਰੇ, ਅਲੱਗ-ਅਲੱਗ ਲੋਕ, ਕਿਉਂਕਿ ਅਲੱਗ-ਅਲੱਗ ਲੋਕ ਮੈਂ ਇਸ ਕਰਕੇ ਲਫ਼ਜ਼ ਵਰਤ ਰਿਹਾ ਕਿਉਂਕਿ ਕਾਫੀ ਸਟੇਟਾਂ ਜਿੰਨੀਆਂ ਵੀ UP ਦੇ ਗਵਾਂਢ ਦੇ ਵਿੱਚ ਨੇ, ਉਹ ਚਾਹੇ ਉੱਤਰਾਖੰਡ ਹੋਵੇ ਜਾਂ ਕੋਈ ਵੀ ਹੋਰ ਸਟੇਟ ਹੋਵੇ, ਦਿੱਲੀ, MP, ਉਹ ਸਾਰੀਆਂ ਸਟੇਟਾਂ ਦੇ ਲੋਕ ਇੱਥੇ ਪਹੁੰਚੇ ਆ ਤੇ ਆਪੋ ਆਪਣਾ ਸਮਰਥਨ ਦੇ ਰਹੇ ਆ। मैं मणिदेव चतुर्वेदी, रिटायर्ड BSF बनारस से 31 साल मैंने विशुद्ध सरहद पे सेवा की है और हमें जो भूतपूर्व सैनिक हैं सभी इस किसान आंदोलन को सपोर्ट करने आए हुए। वेटरन्स एसोसिएशन हमारा 39 लाख जो पूर्व फौजी इसमें जुड़े हुए हैं। तो जितने भी रिटायर्ड फौजी है वही बैठे हुए हैं? जी बिल्कुल, हम लोग करीब 2 महीना के आसपास हो रहा है। हम लोग तब से लेके हर घटनाओं के प्रत्यक्षदर्शी और हम गवाह रहे हैं। यहाँ पे हर चीज़ों को हमने करीब से देखा है। डर नहीं लगता कि सरकार पेंशन न बंद कर दे आपकी? हमें देखिए, डर के नौका पार नहीं होती। ये लोकतंत्र की लड़ाई है
लोकतंत्र को बचाने की, अगर हमारे बॉर्डर पे रहते हैं, हम अपनी जान की परवाह नहीं करते, क्योंकि देश बचाने की बात होती है, तो यहाँ क्यों डरेंगे? पेंशन बढ़ी या देश बढ़ा? पेंशन चल जाए कोई बात नहीं, यहाँ खाने पीने को मिल रहा है, कहीं ना कहीं जब भगवान ने जन्म दिया है तो मिलेगा। पेंशन से क्या मतलब है? लोकतंत्र को बचाने के लिए निकले हैं, इसके लिए पेंशन की अगर हमें गर्दन भी कट जाएगी तो एक कदम भी पीछे नहीं हटेंगे। सरकार पूरी तरह डर चुकी है। जो कल तक यही सरकार कहती थी खालिस्तानी है, नकली है, घुटने टेक चुकी है, और आज उन्होंने 9 संशोधन कर डाले, जो बोले 1 इंच पीछे नहीं हटेंगे। 9 संशोधन, उसके बाद 1.5 साल बिल पर होल्ड करने को तैयार हो गई है। अब जल्दी से जल्दी ये बिल वापसी या चुनाव तक इसको खत्म करने का, होल्ड करने का प्रयास कर रही है। और आप लोगों का जो वहाँ से जो चीज़ें हैं वो निरर्थक नहीं जा रहा है। और आप जहाँ भी जैसे भी हैं, अगर आ सकते हैं तो यहाँ पे आएँ इस लोकतंत्र के महोत्सव में। अगर नहीं आ पाए तो अपने जो सोशल मीडिया के माध्यम से जो भ्रामक प्रचार है, कोई डरने की आवश्यकता नहीं है। बिल्कुल हम लोग ठीक है, आंदोलन ठीक है, हमने विषय पा लिया, 9 संशोधन करवा लिया, 1.5 साल बिल होल्ड पे हो गई है, असली किसान हम हो गए, कोई डर। आज बैकफुट पे मैं कहना चाहता हूँ, जो किले लगाए हैं तारबंदी ये भी हटेंगी, और हम घर भी जाएंगे, हल निकलेगा, आज नहीं तो कल निकलेगा। डरने की आवश्यकता बिल्कुल नहीं है, कोई कुछ नहीं है, हम लोग पूरे एकजुट साथ बैठे हुए हैं। ਪੈਨਸ਼ਨ ਤੋਂ ਬਿਨਾਂ ਵੀ ਜ਼ਿੰਦਗੀ ਗੁਜ਼ਰ ਜਾਵੇਗੀ, ਇਹ ਸੁਣਨ ਦੇ ਵਿੱਚ ਸ਼ਾਇਦ ਥੋੜਾ ਆਪਾਂ ਨੂੰ ਆਸਾਨ ਲੱਗੇਗਾ, ਨਾਰਮਲ ਲੱਗੇਗਾ, ਪਰ ਇਹ ਕਹਿਣ ਵਾਸਤੇ ਬਹੁਤ ਵੱਡਾ ਦਿਲ ਚਾਹੀਦਾ ਹੈ, ਕਿਉਂਕਿ ਰੋਟੀ ਦੀ ਤੇ ਘਰ ਚਲਾਉਣ ਦੀ ਹਰ ਸਮੇਂ ਹਰ ਇੱਕ ਇਨਸਾਨ ਨੂੰ ਚਿੰਤਾ ਰਹਿੰਦੀ ਹੈ, ਤੇ ਉਹ ਸਾਰੀਆਂ ਚਿੰਤਾਵਾਂ ਛੱਡ ਕੇ ਸਿਰਫ ਇੱਕ ਹੀ ਚਿੰਤਾ, ਉਹ ਕਿਸਾਨੀ ਅੰਦੋਲਨ ਦੀ, ਸਿਰਫ ਉਹੀ ਚਿੰਤਾ ਆਪਣੇ ਦਿਮਾਗ 'ਚ ਰੱਖ ਕੇ ਇਹ ਜਿਹੜੇ ਐਕਸ ਸਰਵਿਸਮੈਨ ਨੇ ਇਹ ਸਾਰੇ ਹੀ ਇੱਥੇ ਪਹੁੰਚੇ ਆ, ਜਿਨ੍ਹਾਂ 'ਚੋਂ ਕੁਝ ਸਾਡੇ ਪੰਜਾਬੀ ਸਰਦਾਰ ਬਜ਼ੁਰਗ ਵੀ ਨੇ, ਬਾਕੀ ਹੋਰ ਕਮਿਊਨਿਟੀਜ਼ ਦੇ ਭਾਈ ਸਾਹਿਬ ਵੀ ਨੇ। ਸੋ ਤੇ ਇੱਕ ਮੈਨੂੰ ਇਹਨਾਂ ਦੀ ਹੋਰ ਗੱਲ ਬਹੁਤ ਚੰਗੀ ਲੱਗੀ, ਸੰਗਤ ਨੂੰ ਵੀ ਉਹ ਵਾਕਿਆ ਟੁੰਬੇਗੀ, ਕਿਉਂਕਿ ਜਿਸ 'ਚ ਕਹਿ ਰਹੇ ਆ ਕਿ ਕਿੰਨੇ ਪੋਜ਼ਿਟਿਵ ਇਹਨਾਂ ਨੇ ਪੱਖ ਗਿਣਾਏ ਜੋ ਹੁਣ ਤੱਕ ਆਪਾਂ ਹਾਸਲ ਕਰ ਚੁੱਕੇ ਹਾਂ। ਸਰਕਾਰ ਬਿੱਲ ਹੋਲਡ ਕਰਨ ਲਈ ਰਾਜ਼ੀ ਹੋ ਗਈ, ਜਾਂ ਉਸ ਤੋਂ ਇਲਾਵਾ 1-2 ਗੱਲਾਂ ਜਿਹੜੀਆਂ ਇਹਨਾਂ ਨੇ ਹੋਰ ਦੱਸੀਆਂ, ਉਹ ਵਾਕਿਆ ਹੀ ਮਤਲਬ ਇੱਕ ਆਪਣਾ ਨਜ਼ਰੀਆ ਹੈ, ਹਰ ਇੱਕ ਬੰਦੇ ਦਾ ਵੱਖਰਾ ਨਜ਼ਰੀਆ ਹੈ। ਸੋ ਇਹਨਾਂ ਦਾ ਇਹ ਪੋਜ਼ਿਟਿਵਿਟੀ, ਇਹ ਸਕਾਰਾਤਮਕ ਨਜ਼ਰੀਆ ਬਹੁਤ ਚੰਗਾ ਲੱਗਾ। ਸੋ ਜਿੰਨਾ ਚਿਰ ਆਪਾਂ ਸਾਰੇ ਮੈਨੂੰ ਲੱਗਦਾ ਇਹ अपना के रखेंगे नज़रिया, तो जी साड़ी जित है वो जरूर होएगी। अपना नाम और पता बताइए और क्या मैसेज आप रखना चाहते हैं संगत? देखिए, मैं सूबेदार मेजर जयप्रकाश मिश्रा, रिटायर्ड संस्थापक और राष्ट्रीय अध्यक्ष वेटरन्स एसोसिएशन, जो बोर्ड लगा हुआ पीछे। ये तीनों बिल सही हैं। सरकार का क्या कहना है? तीनों बिल सही है। यदि तीनों बिल सही है तो 9 संशोधन जो अभी तक किया है वो क्यों किया है? सरकार संशोधन किया कि नहीं? कुछ ये मोदी जी बोले थे कि हम 1 इंच नहीं हिलेंगे, तो 9 संशोधन भी कर डाले। 9 संशोधन के बाद 1.5 साल के लिए रोकने के लिए भी बोल रहे हैं। ये क्यों? जब सब सही है तो इससे जाहिर हो रहा है कि तीनों बिल भी गलत है, और ये खालिस्तानी पाकिस्तानी टुकड़े टुकड़े गैंग नहीं है, किसान है। 2014 से मांगे चल रही है, कई संगठनों ने मांग किया है कि जो बॉर्डर हैं उन पर जो है कि दीवारें बनाई जाए, फेंसिंग मजबूत किया जाए, ताकि हमारे जवान शहीद न हों। लेकिन सरकार ने एक बार हाँ भरा था, यही राजनाथ साहब ने बोले थे कि हाँ इस पर किया जाएगा, माने भी थे, लेकिन बाद में उन्होंने बोला कि नहीं किया जाएगा, पैसे की वो है। ये बताइए, नहीं किया जाएगा, पैसे की कमी है, दीवार नहीं बनेगा, फेंसिंग नहीं बनेगा, और यहाँ पर दीवार बन रहा है, वो बन रहा है, दीवार भी बन रहा है कंक्रीट की, फेंसिंग भी बन रही है, और किल भी बिछाए जा रहे हैं। कहीं पर भी किसानों को रोकने के लिए किल बिछाया जाता है, तो किल से पहले रुका, कहीं भी संकेत दिया जाता है कि आगे न आए, आगे खतरा है, इस तरह के मतलब दीवार है या तार फेंसिंग है या किल है, आगे न आए। यहाँ कुछ भी नहीं लगाया गया है। वहाँ देखने के लिए लोग जाते हैं तो पैर में किल धंस रहा है। तो सरकार कोई भी कसर नहीं छूटी, इसलिए सरकार से यह अनुरोध है कि आपने जितना कार्रवाई करना था कर लिया, अब तीनों बिल वापस कर लो, और ये ईगो पर मत रुको, अपना ईगो छोड़ो, इसी में आपकी भलाई है। कोई भी चुनाव हम ईवीएम से नहीं कराने देंगे, बैलेट पेपर से ही होगा। पूरी देश की जनता अभी समझ गई है कि इसी बल पर है कि इनको किसानों का वोट नहीं चाहिए, किसी का वोट नहीं चाहिए, ईवीएम के सारे जीत जाते हैं, वो इनका चलेगा नहीं। अभी पीलीभीत तो बजुर्ग साडे नाल ने, इन्हों ने दसिया कि सन 65 की लड़ाई इन्होंने लड़ी है। आओ इन्होंने गलबात करते हैं। बापू जी नाम की तुहाडा? देसा सिंह है, देसा सिंह, डिस्ट्रिक्ट पीलीभीत, मझोला। तो
ਪਹਿਲਾਂ ਤੁਸੀਂ ਸੰਨ 65 ਦੀ ਲੜਾਈ ਲੜੀ, ਹੁਣ ਇਹ ਲੜਾਈ ਲੜ ਰਹੇ ਹੋ, ਤੇ ਕੀ ਤੁਹਾਨੂੰ ਵੱਡੀ ਕਿਹੜੀ ਲੜਾਈ ਲੱਗ ਰਹੀ ਦੋਵਾਂ 'ਚ? ਬੜੀ ਦੁੱਖ ਦੀ ਗੱਲ ਹੈ, 1965 ਦੀ ਲੜਾਈ ਲੜੀ ਆ और ਹੁਣ ਪਹਿਲਾਂ जवान थे, ਹੁਣ किसान है। ਹੁਣ किसानों के हित में जब किसान की आंदरों को रोटी रोजी को हाथ, हमारी माता को हाथ डाला है, तो हमें भी संघर्ष में आना पड़ा है। अब देखो कितनी देर हो गई है, कितने हज़ारों लाखों की तादाद में यहाँ लोग जो है नीले पर्वत के ठंडी में पड़े हैं, बच्चे बूढ़े, और देखो कितने आदमी की यहाँ डेथ हो चुकी है, बहुत आदमी की डेथ हो चुकी है। बड़ी दुख वाली बात है। ये जो काश्तकार है ये धरती का सीना चीर के अन्न पैदा करता है, और जो अन्न है वो साफ कीड़े से लेके ऊपर तक बच्चा बुढ़ा जानवरों तक ये खुराक पहुंचती है। बड़ी दुख वाली बात है। जो घर का मेंबर होता है, सीनियर अफसर होता है, पिता होता है, बच्चे का ख्याल आता है, बच्चा रो रहा है तो उसको चुप कराने की कोशिश करता है। ये चीज़ कोई छोटी मोटी मांगता है वो दे देनी चाहिए। हम भी मोदी जी से निवेदन करते हैं कि आपका मान सम्मान होता है, आप इस काले बिल को वापस करो, और ये भी जो काश्तकार सड़कों पर रुलते फिरते हैं, ये भी अपना घर का काम काश्तकारी का जाके संभाले। बड़ी दुख की बात है। तो संगत जी बड़ा दुख भी महसूस होता है, कई बार गला भी भर आउंदा ये चीज़ां देख के कि साडे बजुर्ग किस तरह अपनी सारी जिंदगी का संघर्ष जिउया, उन्होंने अपने बच्चों की जिंदगी बनाने वास्ते सरहदां ते नौकरियां कीतियां, लड़ाइयां लड़ियां, पर उस तो बाद फिर भी बुढ़ापे दे विच भी उन्होंने जिहड़ा बैठण नहीं दिता सरकार ने, उन्होंने कोई भी पल उन्हों दा चैन नाल उन्होंने जिउण नहीं दिता, ते अज मजबूरी वस वो इत्थे इन्हां वो पहलां सरहदी बार्डरां ते खड़े सी, ते अज शहर दे इस राजधानी के बार्डरां ते खड़ के वो एक नवी लड़ाई लड़ रहे हैं। माता जी ऐसा क्या हुआ कि अभी ट्रैक्टर पे बैठना पड़ गया आपको, क्यों आप ऐसा प्रदर्शन किया? भाई मेरी बात सुन, मेरी उम्र हो गई 79 साल जी, और मैं अपने माँ बाप के मैं ये तो बहुत बड़े अफसर के हैं, लेकिन नौकरी छोड़ के खेती करने लगी थी। मैंने कहा मैं नौकरी में जाऊँगा, अपनी खेती करूँगा, तेरे से ज़्यादा कमा लूँगी। तो मैंने खेती से बहुत लगा होता और अपनी खेती करने लगी थी, अपनी ससुराल में भी आई नहीं सकती। मैं हमारी में जो चाहे वो ला सकते हैं। सब में बड़ी चीज़ तो खेती वो देती है, अब जो हमारा पेट है हम उसका निरादर करते हैं, तो हमें कोई दूर मरने जगह नहीं। हम अपनी जमीन से बहुत प्रेम है, बहुत लगाव है। हम जान तो दे देंगे लेकिन जमीन नहीं देंगे। आप समझ जाओ। तो आपको कई बार अफसोस भी होता है कि सारी उम्र खेती की, लेकिन आज उसी खेती के लिए लड़ना पड़ रहा है। भैया खेती में मेरे घुटने खराब हो गए, ट्रैक्टर चला के बिहार मैंने बहुत पुरस्कार मिले, बेशुमार, लेकिन हम मजबूर हूँ दिल कर रहा है, बच्चे बाहर रहते हैं, अपना बिजनेस करता है, दिल से खेती, और मुझे बड़ा दर्द है। अगर मेरी खेती के बारे में कोई विरोध करेगा ना, अपनी जान दे दूंगी उसके लिए। पर मोदी जी तो कोई बात सुनने को राजी नहीं है। अभी आप ट्रैक्टर ले गए, उन्होंने कीले गाड़ रखे, अभी आगे नहीं आ सकते मेरे पास। अगर इस आदमी को बुद्धि हो तो कीले ना गाड़ता। मनुष्य से बढ़कर कोई चीज दुनिया में नहीं हुई है पैदा, और ये मनुष्य के लिए काटे बोरा तो अपने आगे के लिए भी काटे बोरा। ये तो भूल जाएगा, चल बेटे तो और कोई नया कोई अपने तरफ से कोई मैसेज देना चाहे जो आवाम अभी घर से नहीं? यही मैसेज है कि जो ये गया इसने, ये हम कैंसिल कराएंगे, वापस लेंगे, धरना शामिल होगा, चिंता नहीं है कुछ। जय जवान, जय जवान, मौका लगेगा इनका सरिया तो बचे रहे तो खेत समझाएंगे। और मैं तेरा बात फिर बताऊँ, अगर मोदी साहब इसमें तेरा भला है, डॉक्टर साहब एकदम वो जात बताओ था, वही कौम या वही कौम ही हमारे बेटे वकील भी है, दर्द भी है। हम तो वही दे जाए जब तेरा काम चल गया, तेरे भाभी की तेरे को भूख नहीं था, हमने करता है सब कुछ दे दिया, तू मुख्यमंत्री बना बेचा है। और मोदी साहब तेरा किया तो 100 से ज्यादा की जगह को नहीं देखा, देश में इसका तो देख लिया। स्टेज दे अगे बैठे हैं इस समय संगत जी, गाजीपुर बॉर्डर में दोबारा फिर ਤੁਹਾਨੂੰ ਦੱਸਣਾ ਚਾਹਾਂਗਾ कि गाजीपुर बॉर्डर ਤੇ ਅਸੀਂ ਪਹੁੰਚੇ ਹਾਂ ਤੇ स्टेज ਦੇ ਅੱਗੇ ਦਾ ਜਿਹੜਾ ਇਕੱਠ ਹੈ ਉਹ ਤੁਸੀਂ ਦੇਖ ਸਕਦੇ ਹੋ।
ਇਸ ਇਕੱਠ ਤੋਂ ਇਲਾਵਾ ਮੈਂ ਕਹਾਂਗਾ ਕਿ 5-10 ਗੁਣਾ ਵੱਡਾ ਇਕੱਠ ਹੈ ਜਿਹੜਾ ਉਹ ਇਸ ਮੋਰਚੇ ਦੀਆਂ ਦੂਸਰੀਆਂ ਸਾਈਡਾਂ ਤੇ ਆਪਾਂ ਦੇਖ ਸਕਦੇ ਹਾਂ। ਜਿੱਧਰੋਂ ਐਂਟਰੀ ਹੁੰਦੀ ਹੈ ਉਧਰ ਦੀ ਗੱਲ ਕਰੀਏ ਜਾਂ ਜਿੱਥੋਂ ਲੰਘ ਟੱਪ ਹੁੰਦੀ ਹੈ ਕਿਸਾਨ ਭਰਾਵਾਂ ਦੀ, ਸੋ ਇੱਥੇ ਵਹੀਰਾਂ ਘੱਤ ਕੇ ਮੈਂ ਕਹਿ ਸਕਦਾ ਕਿ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਆ। ਖਾਸ ਕਰਕੇ ਜਿਹੜੇ ਯੂਪੀ ਦੇ ਵਿੱਚ ਜਾਂ ਯੂਕੇ ਦੇ ਵਿੱਚ, ਉੱਤਰਾਖੰਡ ਦੇ ਵਿੱਚ ਜਿਹੜੇ ਪੰਜਾਬੀ ਭਰਾ ਰਹਿੰਦੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ। ਸੋ ਇਹ ਵੀ ਆਪਾਂ ਕਹਾਂਗੇ ਕਿ ਇੱਕ ਦਰਸ਼ਨ ਹੀ ਨੇ, ਇੱਕ ਦਰਸ਼ਨ ਹੀ ਮੈਂ ਲਫ਼ਜ਼ ਵਰਤਾਂਗਾ ਕਿ ਤੁਹਾਨੂੰ ਕਰਵਾ ਰਹੇ ਆ, ਕਿਉਂਕਿ ਇਹ ਰੂਹਾਂ ਬੜਾ ਇੱਕ ਪਿਓਰਿਟੀ ਭਰਿਆ ਆਪਣਾ ਇੱਕ ਆਦੇਸ਼ ਨੇ ਜਿਹੜਾ ਉਹ ਨੀਅਤ ਕਰਕੇ ਇੱਥੇ ਪਹੁੰਚੀਆਂ ਨੇ। ਨਾਲ ਨਾਲ ਲੰਗਰ ਪ੍ਰਸ਼ਾਦਾ ਵੀ ਛਕ ਰਹੀਆਂ ਨੇ ਤੇ ਨਾਲ ਨਾਲ ਉਹ ਮਾਤਾ ਜੀ ਤੁਸੀਂ ਦੇਖ ਸਕਦੇ ਹੋ ਵੀ ਖਿੱਚ ਦਾ ਕੇਂਦਰ ਬਣੇ ਹੋਇਆ ਇਸ ਸਮੇਂ ਇੱਥੇ ਮੋਰਚੇ ਦੇ ਵਿੱਚ, ਜਿਹੜੇ ਕਿ ਜਿਨ੍ਹਾਂ ਨੇ ਲੰਮਾ ਸਮਾਂ ਖੇਤੀ ਕੀਤੀ ਹੈ ਤੇ ਉਸ ਤੋਂ ਬਾਅਦ ਜਦੋਂ ਅੱਜ ਇਹ ਕਾਲੇ ਕਾਨੂੰਨ ਸਰਕਾਰ ਨੇ ਸਾਹਮਣੇ ਰੱਖੇ ਆ ਤੇ ਉਹਨਾਂ ਦਾ ਵਿਰੋਧ ਕਰਨ ਉਹ ਇਸ ਬਜ਼ੁਰਗ ਅਵਸਥਾ ਦੇ ਵਿੱਚ ਇੱਥੇ ਪਹੁੰਚੇ ਆ। ਇੱਥੇ ਲੰਘਦਿਆਂ ਸਾਡੀ ਨਜ਼ਰ ਪੈਂਦੀ ਏ ਬਾਬੇ ਨਾਨਕ ਦੀ ਹੱਟੀ ਤੇ। ਸੋ ਬਾਹਰ ਬੜੀ ਸੋਹਣੀ ਸਜਾਵਟ ਕੀਤੀ ਹੋਈ ਏ, ਫੁੱਲ ਉਗਾਏ ਹੋਏ ਆ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮਕਸਦ ਇਹ ਲਿਖਣ ਦੇ ਪਿੱਛੇ ਤੇ ਕੀ ਸੰਦੇਸ਼ ਤੁਸੀਂ ਇੱਥੇ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਵੀਰ ਜੀ ਸਮਾਨ ਜ਼ਰੂਰਤ ਦਾ ਡੇਲੀ ਯੂਜ਼ ਦਾ ਸਾਰਾ ਸਮਾਨ ਇੱਥੇ ਦੇ ਦਿੱਤਾ ਜਾ ਰਿਹਾ। ਜਿਹੜੇ ਲੋਕੀ ਆਏ ਹੋਏ ਨੇ 2 ਮਹੀਨੇ ਤੋਂ ਇੱਥੇ ਬੈਠੇ ਨੇ ਜੀ, ਕੋਈ ਜਿਹੜੇ ਜੋੜੇ ਕੱਪੜੇ ਲੈ ਕੇ ਆਏ ਸੀ ਉਸ ਤੋਂ ਬਾਅਦ ਉਹ ਘਰ ਗਏ ਵੀ ਨਹੀਂ, ਇੱਥੇ ਹੀ ਨੇ। ਉਹਨਾਂ ਦੀ ਜ਼ਰੂਰਤ ਦਾ ਸਾਰਾ ਸਮਾਨ ਇੱਥੇ ਰੱਖਿਆ ਹੋਇਆ ਹੈ। ਬਨੈਣਾ ਨੇ, ਗਰਮ ਟੀ-ਸ਼ਰਟਾਂ ਨੇ। ਤੁਸੀਂ ਕਿੱਥੋਂ ਪਹੁੰਚੇ ਹੋ ਜੀ? ਜੀ ਪੀਲੀਭੀਤ ਤੋਂ, ਅਸੀਂ ਰਾਮਪੁਰ ਤੋਂ ਆਏ ਹੋਏ ਹਾਂ। ਹਾਂਜੀ, ਇਹ ਯੂਪੀ 26 ਵਾਲੇ ਵੱਲੋਂ ਸੇਵਾ ਚੱਲ ਰਹੀ ਹੈ ਜੀ ਇੱਥੇ ਪੀਲੀਭੀਤ ਤੋਂ ਸੇਵਾ। ਸੋ ਜਿਹੜੇ ਪੰਜਾਬੀ ਨੇ ਜਾਂ ਜਿਹੜੇ ਸਿੱਖ ਆਪਾਂ ਕਹਿ ਸਕਦੇ ਆ ਉਹ ਹਰ ਸਮੇਂ ਤੇ ਆਪਣੇ ਗੁਰੂ ਨੂੰ ਯਾਦ ਰੱਖਦੇ ਆ ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਉਹ ਗੁਰੂ ਦੇ ਆਦੇਸ਼ਾਂ ਨੂੰ ਯਾਦ ਰੱਖਦੇ ਆ। ਸੋ ਉਹਨਾਂ ਆਦੇਸ਼ਾਂ ਦੇ ਤਹਿਤ ਇੱਥੇ ਬਾਬੇ ਨਾਨਕ ਦੀ ਹੱਟੀ ਤੇ ਇਹ ਆਪਣੀ ਸੇਵਾ ਕਰ ਰਹੇ ਆ ਤੇ ਜਿਹੜਾ ਆਪਾਂ ਕਹਿ ਸਕਦੇ ਆ ਕਿ ਬੜਾ ਵੱਡਾ ਇੱਕ ਸਾਥ, ਬੜੇ ਵੱਡੇ ਪੱਧਰ ਦਾ ਸਾਥ ਦੇ ਰਿਹਾ ਕਿਸਾਨਾਂ ਦਾ, ਕਿਉਂਕਿ ਇੱਥੇ ਇਹਨਾਂ ਸਭ ਚੀਜ਼ਾਂ ਤੋਂ ਬਿਨਾਂ ਇੱਥੇ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ, ਕਿਉਂਕਿ ਇੰਨੇ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਇਆ ਕਿਸਾਨ ਤੇ ਅੱਗੇ ਵੀ ਜਿਹੜਾ ਸਮੇਂ ਦਾ ਹੈ ਉਹ ਕੋਈ ਅੰਦਾਜ਼ਾ ਨਹੀਂ। ਤੇ ਨਾਲ ਦੀ ਨਾਲ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਕਿ ਲੋਕਲ ਜਿਹੜੇ ਲੋਕ ਨੇ ਉਹ ਵੀ ਇੱਥੋਂ ਲੈ ਕੇ ਜਾ ਰਹੇ ਆ। ਇਹ ਬਿਲਕੁਲ ਮੰਨ ਲਓ ਕੋਈ ਭੇਦਭਾਵ ਜਾਂ ਕਿਸੇ ਤਰ੍ਹਾਂ ਦਾ ਕੋਈ ਈਰਖਾ ਨਹੀਂ ਇੱਥੇ ਆਪਾਂ ਦੇਖ ਸਕਦੇ। ਜਿਹੜੇ ਇੱਥੋਂ ਦੇ ਲੋਕਲ ਰਹਿਣ ਵਾਲੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇੱਥੋਂ ਬਨੈਣਾ ਲੈ ਕੇ ਜਾ ਰਹੇ ਆ, ਜਦ ਕਿ ਉਹ ਮੋਰਚੇ ਦੇ ਵਿੱਚ ਆਪਦਾ ਨਹੀਂ ਵੀ ਯੋਗਦਾਨ ਪਾ ਰਹੇ। ਪਰ ਸਾਡਾ ਆਦੇਸ਼ ਇਹੀ ਹੈ, ਸਾਡਾ ਮੈਸੇਜ ਇਹੀ ਲੋਕਾਂ ਤੱਕ ਕਿ ਅਸੀਂ ਹਰ ਇੱਕ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਹਾਂ। ਸੰਗਤ ਜੀ ਮੋਰਚੇ 'ਚੋਂ ਲੰਘਦਿਆਂ ਹੋਇਆਂ ਸਾਡੀ ਨਜ਼ਰ ਇਹ ਟਰਾਲੀ 'ਤੇ ਪੈਂਦੀ ਹੈ ਜਿੱਥੇ ਨਾਲ ਹੀ ਸ਼ਹੀਦਾਂ ਦੀਆਂ ਫੋਟੋਆਂ ਤੇ ਉਹਦੇ ਨਾਲ ਹੀ ਇੱਕ ਖੂਹ ਨਜ਼ਰ ਆ ਰਿਹਾ। ਸੋ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਇਹ ਕਲੀਅਰਲੀ ਉਹਨਾਂ ਤੋਂ ਹੀ ਪੁੱਛੀਏ ਜਿਨ੍ਹਾਂ ਵੱਲੋਂ ਇਹ ਸਾਰਾ ਇੱਕ ਝਾਕੀ ਦਿਖਾਈ ਜਾ ਰਹੀ ਹੈ, ਉਹ ਵੀਰਾਂ ਤੋਂ ਪੁੱਛੀਏ ਕਿ ਇਹ ਕੀ ਮੈਸੇਜ ਦੇਣ ਵਾਸਤੇ, ਕੀ ਸੰਦੇਸ਼ ਦੇਣ ਵਾਸਤੇ ਤੁਸੀਂ ਇੱਥੇ ਪ੍ਰਦਰਸ਼ਨ ਕੀਤਾ, ਇਹਦੇ ਬਾਰੇ ਥੋੜਾ ਕਲੀਅਰ ਕਰੋ। ਸਾਰਿਆਂ ਨੂੰ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀਰੇ ਬੰਡੇ ਤੋਂ ਆਏ ਆ, ਸ਼ਾਹਜਹਾਨਪੁਰ ਡਿਸਟ੍ਰਿਕਟ ਆ ਸਾਡੀ, ਤੇ ਅਸੀਂ ਬਸ ਥੋੜਾ ਜਿਹਾ ਪੁਰਾਣੇ ਜ਼ਮਾਨੇ ਸਾਡੇ ਬਜ਼ੁਰਗਾਂ ਜਿਵੇਂ ਦੱਸਿਆ ਖੂਹ 'ਚੋਂ ਪਾਣੀ ਭਰਦੇ ਹੁੰਦੇ ਸੀ ਜਾਂ ਇਦਾਂ ਕਰ ਦਿੰਦੇ ਸੀ, ਬਜ਼ੁਰਗਾਂ ਦੀ ਚੀਜ਼ ਨੂੰ ਅਸੀਂ ਅੱਜ ਵੀ ਹਜੇ ਕਾਇਮ ਰੱਖਣਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਇਹ ਖੂਹ ਬਣਾਇਆ ਸੀ। ਇਹਦੇ ਵਿੱਚ ਕੱਲ ਪਾਣੀ ਡਿਸਪੋਜ਼ਲ ਗਲਾਸ ਰੱਖੇ ਗਏ ਸੀਗੇ ਜਿਹੜੇ ਹੁਣ ਖਤਮ ਹੋ ਗਏ, ਥੋੜੀ ਦੇਰ ਨੂੰ ਹੋਰ ਰੱਖ ਦਾਂਗੇ ਇਹਦੇ ਵਿੱਚ। ਪਹਿਲਾਂ ਪੰਜਾਬ ਤੋਂ ਬਿਲੋਂਗ ਕਰਦਾ, ਸਾਡੇ ਪਿੰਡ 4 ਖੂਹ ਹੈਗੇ ਆ, ਸਾਡੇ ਪਿੰਡ ਡੇਢਕਿਆਂ 'ਚ ਹਜੇ ਵੀ ਉਹ ਖੂਹ ਹੈਗੇ ਆ। ਡੇਢਕਾ ਪਿੰਡ ਆ ਜੀ ਪੰਜਾਬ 'ਚ ਮੇਰਾ ਜਗਰਾਉਂ ਕੋਲੇ। ਇੰਨੀ ਤਰੱਕੀ ਕਰ ਲਈ, ਖੂਹ ਤੋਂ ਬਾਅਦ ਹੁਣ ਮੋਟਰਾਂ ਦਾ ਜ਼ਮਾਨਾ ਆ ਗਿਆ, ਗੱਡਿਆਂ ਤੋਂ ਬਲਦਾਂ ਤੋਂ ਬਾਅਦ ਜਿਹੜਾ ਟਰੈਕਟਰਾਂ ਦਾ ਜ਼ਮਾਨਾ ਆ ਗਿਆ। ਪਰ ਜਿਵੇਂ ਜਿਵੇਂ ਅਸੀਂ ਤਰੱਕੀ ਕੀਤੀ ਇਸ ਯੁੱਗ ਵੱਲ ਵਧੇ ਆ, ਉਵੇਂ ਉਵੇਂ ਹੁਣ ਸਰਕਾਰ ਹੈ ਜਿਹੜੀ ਉਹ ਸਾਡੇ ਅੱਗੇ ਅਰਚਨਾ ਖੜੀਆਂ ਕਰ ਰਹੀ ਹੈ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਕੋਈ ਨਹੀਂ, ਅੜਚਨਾਂ ਦਾ ਤਾਂ ਕੀ ਹੈ, ਇਹੋ ਜਿਹੀਆਂ ਸਰਕਾਰਾਂ 20 ਵਾਰ ਆਈਆਂ ਨੇ ਗਈਆਂ ਨੇ। ਸੰਗਤ ਦੇ ਨਾਲ ਸਭ ਕੁਝ ਹੁੰਦਾ ਵਾ, ਜਿੱਧਰ ਸੰਗਤ ਇੱਕ ਪਾਸੇ ਇਕੱਠੀ ਹੋ ਜੂਗੀ ਸਰਕਾਰਾਂ ਸਰਕੂਰਾਂ ਦਾ ਮਿੰਟ 'ਚ ਥੱਲੇ ਆ ਜਾਂਦੀਆਂ ਹੁੰਦੀਆਂ ਨੇ। ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਸਰਕਾਰਾਂ ਦੀ, ਤਾਂ ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, 15 ਦਿਨ 10 ਦਿਨ ਕੋਈ ਚੱਕਰ ਨਹੀਂ, ਮਹੀਨਾ ਇੱਥੇ ਹੀ ਆ। ਸੋ
ਗਾਜ਼ੀਪੁਰ ਬਾਰਡਰ ਦੀਆਂ ਜਿੱਥੇ ਹੋਰ ਝਲਕੀਆਂ ਤੁਹਾਨੂੰ ਵਿਖਾਈਆਂ ਨੇ, ਉੱਥੇ ਹੀ ਅੱਜ ਟਕੈਤ ਸਾਹਿਬ ਨਾਲ ਇੱਕ ਵਾਰ ਫਿਰ ਮੁਲਾਕਾਤ ਤੁਹਾਡੀ ਕਰਵਾਵਾਂਗੇ। ਵੱਧ ਰਹੇ ਆ ਉਹ, ਲੱਗਦਾ ਸ਼ਾਇਦ ਆਪਣੇ ਮੀਡੀਆ ਹਾਊਸ ਵੱਲ ਜਾ ਰਹੇ ਆ, ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ, ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਖਿਚਾ ਰਹੇ, ਬਜ਼ੁਰਗ ਉਹਨਾਂ ਨੂੰ ਮਿਲ ਰਹੇ ਆ। ਸੋ ਸੰਗਤ ਜੀ, ਇੱਕ ਚੀਜ਼ ਬੜੀ ਵਿਲੱਖਣ ਟਕੈਤ ਸਾਹਿਬ ਦੀ ਜਿਹੜੀ ਵੇਖਣ ਨੂੰ ਮਿਲੀ ਕਿ ਜਦੋਂ ਇਹ ਗੁਜ਼ਰ ਰਹੇ ਨੇ ਤੇ ਜਿੱਥੇ ਇਹਨਾਂ ਨੂੰ ਸੈਂਕੜੇ ਨੌਜਵਾਨ ਬਜ਼ੁਰਗ ਬੱਚੇ ਇੱਥੇ ਪਿਆਰ ਦੇ ਰਹੇ ਆ, ਤੇ ਉੱਥੇ ਇਹਨਾਂ ਵੱਲੋਂ ਨਹੀਂ ਤੇ ਆਮ ਤੌਰ ਤੇ ਨੇਤਾ ਜਿਹੜੇ ਆਮ ਨੇਤਾ ਹੁੰਦੇ ਆ ਉਹ ਬੜੀ ਕਾਹਲੀ ਦੇ ਵਿੱਚ ਅੱਗੇ ਵਧਦੇ ਆ, ਪਰ ਨਹੀਂ, ਸਹਿਜ ਦੇ ਨਾਲ ਆ। ਦੇਖੋ ਹੁਣ ਵੀ ਇਹ ਟਰਾਲੀ ਦੇ ਕੋਲ ਰੁਕੇ ਹੋਏ ਨੇ, ਇਸ ਪੜਾਅ ਦੇ ਕੋਲ ਰੁਕੇ ਹੋਏ ਨੇ। ਹੋ ਸਕਦਾ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਹੋਣ ਜਾਂ ਉਹਨਾਂ ਦੇ ਕੋਈ ਸਵਾਲਾਂ ਦਾ ਜਵਾਬ ਦਿੰਦੇ ਹੋਣ। ਪਿੱਛੇ ਵੀ ਅਸੀਂ ਇਹਨਾਂ ਨੂੰ ਦੇਖਦੇ ਰਹੇ ਹਾਂ ਕਿ ਪਿੱਛੇ ਜਿਹੜੇ ਵੀ ਪੜਾਅ ਦੇ ਉੱਤੇ ਕੋਈ ਇਹਨਾਂ ਨੂੰ ਪਿਆਰ ਨਾਲ ਬੁਲਾਉਂਦਾ ਸੀ, ਉੱਥੋਂ ਇਹ ਲੰਘਦੇ ਹੋਏ ਉਹਨਾਂ ਨੂੰ मिल के उन्होंने गलबात करके आगे बढ़ रहे हैं। यहाँ से करीब 100 किलोमीटर की दूरी पर शिकारपुर बुलंदशहर जिले की तहसील है। वहाँ से जखेता गांव से पद यात्रा के रूप में 36 बरादरियों के 36 कुओं से 36 नलों से पानी इकट्ठा करके लाए। जो बीजेपी गवर्नमेंट ने जो पानी रोका है वो उसे लेके जाने का काम कर रहे हैं। कल से पैदल चले हुए हैं। कल से किलोमीटर आप तय कर चुके हो? अभी तक हम करीब जो है 90 किलोमीटर करीब कवर कर चुके हैं पैदल। 6 तारीख को हाईवे जाम करेंगे, किसान संगठनों ने कहा है 6 तारीख को चक्का जाम करेंगे। आज तो बॉर्डर पर किसान उनके लिए जल लेके जा रहे हैं। आज तो यही मुहिम है। सरकार से ये कहना चाहेंगे कि इन काले कानूनों को वापस ले लो, और नहीं तुम्हारी तो ईंट से ईंट बजा के छोड़ देंगे। हम तो कह के आए कि जब लौटेंगे, जब ये कृषि कानून वापस हो जाएंगे, ये कील ना तोप लगा दें। भैया हमारे गाँव आ रहे हैं, मोदी जी तुम तोप चलाओ, तोप देखेंगे तोपों से भी डरेंगे। जय किसान, जय जवान, जय किसान, जय जवान, जय किसान, जय जवान, किसान जय किसान, जय जवान, जय जवान, जय जवान। ਸੋ ਸੰਗਤ ਜੀ, ਤੁਸੀਂ ਇਹ ਕਾਫਲਾ ਗਾਜ਼ੀਆਬਾਦ ਤੋਂ ਜਦੋਂ ਆਪਾਂ ਦਿੱਲੀ ਨੂੰ ਜਾਂਦੇ ਹਾਂ ਮੇਨ ਹਾਈਵੇ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਕਿ ਇਹ ਵੱਡਾ ਕਾਫਲਾ ਕਿਸਾਨਾਂ ਦਾ ਇੱਥੇ ਨਜ਼ਰ ਆ ਰਿਹਾ ਹੈ। ਸੋ ਪੈਦਲ 90 ਕਿਲੋਮੀਟਰ ਤੋਂ ਚੱਲੇ ਹੋਇਆ ਤੇ ਲਗਾਤਾਰ ਅੱਗੇ ਨੂੰ ਵਧ ਰਹੇ ਆ। ਸੋ ਵਾਕਿਆ ਹੀ ਦੇਸ਼ ਦੇ ਕੋਨੇ-ਕੋਨੇ ਚੋਂ ਹਰ ਇੱਕ ਕਿਸਾਨ ਆਪਣੇ ਘਰ ਦੇ ਵਿੱਚੋਂ ਨਿਕਲ ਕੇ, ਆਪਣੇ ਪਿੰਡ ਦੇ ਵਿੱਚੋਂ, ਆਪਣੀ ਗਲੀ ਮੁਹੱਲੇ ਚੋਂ ਨਿਕਲ ਕੇ ਇਹਨਾਂ ਵੱਡੀਆਂ ਸੜਕਾਂ ਦੇ ਉੱਤੇ ਵੱਧ ਚੁੱਕਾ ਹੈ। ਇਹ ਟੋਟਲ ਬੜੀ ਜਿਹੜਾ ਮੇਨ ਨੈਸ਼ਨਲ ਹਾਈਵੇ ਉੱਥੇ ਅਸੀਂ ਖੜੇ ਆ, ਇਹ ਵੇਖ ਸਕਦੇ ਆ ਕਿ ਨੌਜਵਾਨਾਂ ਦਾ ਜਿਹੜਾ ਜੋਸ਼ ਭਰਿਆ ਪ੍ਰਦਰਸ਼ਨ ਹੈ ਉਹ ਇੱਥੇ ਕਰ ਰਹੇ ਨੇ ਇਸ ਸਮੇਂ। ਨਾਲ ਹੀ ਇਹਨਾਂ ਨੇ ਬਾਬਾ ਚਰਨ ਸਿੰਘ ਜੀ ਜਿਹੜੇ ਨੇ, ਇਹਨਾਂ ਦੇ ਕੋਈ ਪੁਰਾਤਨ ਕਿਸਾਨ ਸੰਘਰਸ਼ੀ ਰਹੇ, ਉਹਨਾਂ ਦੀਆਂ ਤਸਵੀਰਾਂ ਵੀ ਲਗਾਈਆਂ ਹੋਈਆਂ ਨੇ। ਸੋ ਇੱਥੋਂ ਇਹੀ ਜ਼ਾਹਿਰ ਹੁੰਦਾ ਕਿ ਜਿਹੜੇ ਆਪਣੇ ਪੁਰਾਤਨ ਆਪਣੇ ਵੱਡਿਆਂ ਨੂੰ ਨਾਲ ਲੈ ਕੇ ਚੱਲਦੇ ਆ, ਉਹ ਜੰਗਾਂ ਯੁੱਧਾਂ ਦੇ ਵਿੱਚ ਹਮੇਸ਼ਾ ਜਿੱਤ ਪ੍ਰਾਪਤ ਕਰਦੇ ਆ।